ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੁਣਿਐ ਸਰਾ ਗੁਣਾ ਕੇ ਗਾਹਾ, ਸੁਣਿਐ ਸ਼ੇਖ ਪੀਰ ਪਾਤਸ਼ਾਹ, ਸੁਣਿਐ ਅੰਧੇ ਪਾਵੇਂ ਰਾਹ, ਸੁਣਿਐ ਹਾਥ ਹੋਵੇ ਅਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਪਰਮ ਸਨਮਾਨਯੋਗ ਜ਼ਬਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਸਿੱਖ ਧਰਮ ਦੇ ਬਾਨੀ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚੋਂ ਸਾਹਿਬਾਂ ਦੀ ਪਾਵਨ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ ਦੇ ਅੰਦਰੋਂ ਪਾਵਨ ਜਪ ਬਾਣੀ ਦੀ ਵਿਚਾਰ ਸਾਧ ਸੰਗਤ ਜੀ ਆਪ ਇਹਨਾਂ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਸਤਿਗੁਰਾਂ ਦੇ ਅਮੋਲਕ ਅੰਮ੍ਰਿਤ ਬਚਨ ਜੋ ਅੱਜ ਵਿਚਾਰ ਅਧੀਨ ਨੇ, ਇਹ ਪਾਵਨ ਬਚਨ ਆਪ ਜੀ ਨੇ ਸਰਵਣ ਕੀਤੇ ਨੇ। ਆਓ ਇਹਨਾਂ ਅੰਮ੍ਰਿਤ ਬਚਨਾਂ ਨੂੰ ਗੁਰੂ ਦੀ ਕਿਰਪਾ ਨਾਲ ਪਿਛਲੇ 3 ਦਿਨਾਂ ਤੋਂ ਇਹ ਸੁਣਿਆਂ ਦੀਆਂ ਪਾਵਨ ਪੌੜੀਆਂ ਆਪਾਂ ਰਲ ਮਿਲ ਕੇ ਵਿਚਾਰ ਰਹੇ ਹਾਂ। ਔਰ ਅੱਜ ਇਹ ਸੁਣਿਆਂ ਦੀਆਂ ਪੌੜੀਆਂ ਵਿੱਚੋਂ ਅਖੀਰਲੀ ਪੌੜੀ ਹੈ ਸਾਧ ਸੰਗਤ, ਜਿਹਨੂੰ ਗੁਰੂ ਦੀ ਕਿਰਪਾ ਨਾਲ ਆਪਾਂ ਸਮਝਣ ਦਾ ਯਤਨ ਕਰਨਾ ਹੈ। ਆਓ ਜਿਤਨੇ ਤਨ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਾਹਿਬਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤਮਈ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੁਣਨ ਦੀ ਵਡਿਆਈ ਦੱਸ ਰਹੇ ਨੇ ਕਿ ਜਦੋਂ ਕੋਈ ਉਸ ਮਾਲਕ ਦੇ ਅੰਮ੍ਰਿਤ ਨਾਮ ਨੂੰ ਬੜੀ ਭਾਵਨਾ, ਬੜੇ ਅਕੀਦੇ, ਬੜੇ ਭਰੋਸੇ ਦੇ ਵਿੱਚ ਸੁਣਦਾ ਹੈ ਔਰ ਸੁਣਨ ਦਾ ਉਹਦੇ ਮਨ ਵਿੱਚ ਇਹ ਮੰਤਵ ਹੁੰਦਾ ਹੈ ਵੀ ਮੈਂ ਸੁਣ ਕੇ ਕੋਈ ਸਿੱਖਿਆ ਲੈ ਕੇ ਜਾਣਾ ਹੈ, ਫਿਰ ਉਹਦਾ ਸੁਣਿਆ ਹੋਇਆ ਉਹਦੇ ਜੀਵਨ ਦੇ ਵਿੱਚ ਕਿੰਨੀ ਤਬਦੀਲੀ ਲੈ ਕੇ ਆਉਂਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਪਾਵਨ ਪੌੜੀਆਂ ਦੇ ਅੰਦਰ ਉਹਨਾਂ ਤਬਦੀਲੀਆਂ ਦਾ ਜ਼ਿਕਰ ਕਰ ਰਹੇ ਨੇ। ਸਾਧ ਸੰਗਤ, ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਸੰਸਾਰ ਦੇ ਜੇ ਰਿਜ਼ਕ ਤੱਕ ਸੀਮਤ ਰਵਾਂਗੇ, ਪਦਾਰਥਾਂ ਦਾ ਭੋਗਣਾ, ਸੰਸਾਰ ਦੇ ਵਿੱਚ ਜਨਮ ਲੈਣਾ ਔਰ ਫਿਰ ਇੱਕ ਦਿਨ ਪਦਾਰਥ ਭੋਗ ਕੇ ਮਰ ਜਾਣਾ, ਇਹ ਇਸ ਕੁਦਰਤ ਦਾ ਨਿਯਮ ਹੈ। ਇਹ ਜੇ ਅਸੀਂ ਵੀ ਕਰ ਰਹੇ ਹਾਂ ਤੇ ਧਿਆਨ ਦੇਣਾ, ਰੱਬ ਦੀਆਂ ਪੈਦਾ ਕੀਤੀਆਂ ਹੋਰ ਜੂਨਾਂ ਵੀ ਇਹ ਸਭ ਕੁਝ ਕਰ ਰਹੀਆਂ ਨੇ। ਤੇ ਜੇ ਸਾਡਾ ਜੀਵਨ ਵੀ ਇਸੇ ਤਲ ਤੇ ਖੜਾ ਹੈ ਤੇ ਫਿਰ ਸਾਡੇ ਵਿੱਚ ਤੇ ਉਹਨਾਂ ਦੇ ਵਿੱਚ ਸਾਧ ਸੰਗਤ ਜੀ ਕੋਈ ਅੰਤਰ ਨਹੀਂ ਹੈ। ਸਤਿਗੁਰ ਨੇ ਕਿਰਪਾ ਕੀਤੀ, ਮਨੁੱਖ ਨੂੰ ਸਮਝ ਦੀ, ਸੋਝੀ ਦੀ ਤਾਕਤ ਦਿੱਤੀ ਹੈ। ਇਹਨੂੰ ਪ੍ਰਮਾਤਮਾ ਨੇ ਐਸੀ ਦਾਤ ਦਿੱਤੀ ਹੈ ਅਕਲ ਦੀ, ਐਸੀ ਦਾਤ ਦਿੱਤੀ ਹੈ ਗਿਆਨ ਨੂੰ ਸਮਝਣ ਦੀ, ਐਸੀ ਦਾਤ ਦਿੱਤੀ ਹੈ ਗਿਆਨ ਨੂੰ ਵਿਚਾਰਨ ਦੀ ਕਿ ਇਹ ਇਸ ਧਰਤੀ ਦੇ ਉੱਪਰ, ਇਸ ਮਾਤ ਲੋਕ ਦੇ ਅੰਦਰ ਸਾਰੀਆਂ ਜੂਨਾਂ ਦਾ ਸਰਦਾਰ ਅਖਵਾਉਂਦਾ ਹੈ।
ਸਤਿਗੁਰ ਕੀ ਪਾਵਨ ਬਾਣੀ ਦਾ ਵੀ ਇਹ ਬਚਨ ਹੈ। ਪਾਤਸ਼ਾਹ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਸਤਿਗੁਰ ਕਹਿੰਦੇ ਨੇ, ਇਸ ਧਰਤੀ ਤੇ ਤੇਰੀ ਸਿਕਦਾਰੀ ਹੈ। ਹੋਰ ਜਿੰਨੀਆਂ ਵੀ ਜੂਨਾਂ ਨੇ, ਸਤਿਗੁਰ ਕਹਿੰਦੇ ਨੇ, ਉਹ ਤੇਰੇ ਸਾਹਮਣੇ ਪਾਣੀ ਪਰਨਹਾਰੀਆਂ ਨੇ। ਵੇਖੋ ਸਾਧ ਸੰਗਤ, ਆਪਣਾ ਅੱਜ ਦਾ ਇਹ ਵਿਸ਼ਾ ਨਹੀਂ, ਪਰ ਜਿਹੜੀ ਪੰਕਤੀ ਸਤਿਗੁਰ ਨੇ ਸਭ ਤੋਂ ਪਹਿਲਾਂ ਬਖਸ਼ੀ ਹੈ, ਸੁਣੇ ਸਰਾ ਗੁਨਾਹ ਕੇ ਗਾਹ, ਕਿ ਜਦੋਂ ਤੂੰ ਸਤਿਗੁਰ ਦੇ ਨਾਮ ਨੂੰ ਸੁਣੇਗਾ ਔਰ ਉਸ ਨੂੰ ਅੰਤਰ ਆਤਮੇ ਤੋਂ ਸਮਝੇਗਾ, ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਸਰਾ ਦਾ ਮਤਲਬ ਹੈ ਇੱਥੇ ਸਰੋਵਰ। ਸਰੋਵਰ ਧਿਆਨ ਦੇਣਾ ਸਾਧ ਸੰਗਤ, ਉਹਦੀ ਵੀ ਇੱਕ ਸੀਮਾ ਹੈ। ਬਾਣੀ ਦੇ ਅੰਦਰ ਸਰ ਸ਼ਬਦ ਸਰੋਵਰ ਲਈ ਵੀ ਆਇਆ ਹੈ ਤੇ ਸਰ ਸ਼ਬਦ ਜਿਹੜਾ ਸਮੁੰਦਰ ਲਈ ਵੀ ਆਇਆ ਹੈ। ਇੱਥੇ ਬਹੁਤੇ ਵਿਦਵਾਨਾਂ ਨੇ ਸਰੋਵਰ ਸਰ ਦਾ ਅਰਥ ਕੀਤਾ ਹੈ ਸਰੋਵਰ। ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਵੀ ਸਰੋਵਰ ਅਰਥ ਕੀਤੇ ਨੇ, ਪਰ ਜੇ ਅਸੀਂ ਇਹਦੇ ਅਰਥ ਸਮੁੰਦਰ ਤੋਂ ਲੈ ਲਈਏ, ਸਮੁੰਦਰ ਦਾ ਭਾਵ ਉਹ ਥਾਂ ਜਿੱਥੇ ਜਿੰਦੀ ਕੋਈ ਸੀਮਾ ਨਹੀਂ, ਜਿਹੜਾ ਅਸੀਮ ਹੈ। ਗੁਰੂ ਉਹ ਸਮੁੰਦਰ ਹੈ ਜਿੰਦੇ ਵਿੱਚ ਸਿੱਖ ਰੂਪੀ ਅਨੇਕਾਂ ਨਦੀਆਂ ਜਾ ਕੇ ਮਿਲ ਜਾਂਦੀਆਂ ਨੇ, ਤੇ ਇਹ ਸਮੁੰਦਰ ਦਾ ਬਿਰਧ ਹੈ। ਇਹ ਸਮੁੰਦਰ ਉਹਨਾਂ ਨਦੀਆਂ ਨੂੰ ਆਪਣੇ ਵਰਗਾ ਕਰ ਲੈਂਦਾ ਹੈ, ਵਿਸ਼ਾਲ ਕਰ ਲੈਂਦਾ ਹੈ। ਧਿਆਨ ਦੇਣਾ, ਨਦੀਆਂ ਪਾਣੀ ਖੜਾ ਹੋਣ ਕਰਕੇ ਹੋ ਸਕਦਾ ਨਦੀਆਂ ਵਿੱਚ ਕਿਤੋਂ ਮੈਲਾ ਪਾਣੀ ਆ ਜਾਏ, ਕਿਤੋਂ ਗੰਦਗੀ ਭਰਿਆ ਪਾਣੀ ਆ ਜਾਏ। ਇੰਨੀਆਂ ਫੈਕਟਰੀਆਂ ਨੇ, ਉਹਨਾਂ ਦਾ ਪਾਣੀ ਆ ਜਾਂਦਾ ਹੈ। ਉਹ ਮੈਲਾ ਕੁਚੈਲਾ ਹੋਇਆ ਪਾਣੀ ਵੀ ਜਦੋਂ ਸਮੁੰਦਰ ਦੇ ਵਿੱਚ ਜਾ ਕੇ ਮਿਲ ਜਾਂਦਾ ਹੈ, ਤੇ ਧਿਆਨ ਦੇਣਾ, ਉਹ ਪਾਣੀ ਵੀ ਪਵਿੱਤਰ ਹੋ ਜਾਂਦਾ ਹੈ, ਚੰਗਾ ਹੋ ਜਾਂਦਾ ਹੈ। ਇਸੇ ਕਰਕੇ ਸਤਿਗੁਰ ਨੇ ਬਾਣੀ ਦੇ ਅੰਦਰ ਵੀ ਇੱਕ ਸ਼ਬਦ ਵਰਤਿਆ ਹੈ। ਪਾਤਸ਼ਾਹ ਕਹਿੰਦੇ ਨੇ, ਜਿਉਂ ਨਦੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਾਵਨ ਪਵਿੱਤਰ ਹੋਏ ਜਾਏ। ਉਹ ਸਮੁੰਦਰ ਦੇ ਵਿੱਚ ਮਿਲਿਆ, ਨਦੀ ਦੇ ਵਿੱਚ ਮਿਲਿਆ ਤੇ ਪਵਿੱਤਰ ਹੋ ਗਿਆ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ, ਸੇ ਸਿੱਖਾ, ਜਦੋਂ ਤੂੰ ਗੁਰੂ ਸਮੁੰਦਰ ਦੇ ਨੇੜੇ ਆਏਗਾ, ਇੱਕ ਗੱਲ ਚੇਤੇ ਰੱਖੀ, ਗੁਰੂ ਸਮੁੰਦਰ ਦੇ ਨੇੜੇ ਆਇਆ, ਗੁਰੂ ਦੇ ਗਿਆਨ ਰੂਪੀ ਸਰੋਵਰ ਦੇ ਅੰਦਰ ਇਸ਼ਨਾਨ ਕਰੇਗਾ, ਇਸ ਸਰੋਵਰ ਦੇ ਅੰਦਰ ਚੁੱਭੀ ਮਾਰੇਗਾ, ਤੈਨੂੰ ਵੀ ਇੰਨੇ ਗੁਣਾਂ ਦੀ ਦਾਤ ਮਿਲ ਜਾਏਗੀ। ਇੱਕ ਤੇ ਤੇਰੇ ਅੰਦਰ ਦੇ ਅਵਗੁਣ ਦੂਰ ਹੋਣਗੇ, ਦੂਜਾ ਤੂੰ ਇਸ ਵਿਸ਼ਾਲ ਸਮੁੰਦਰ ਦੇ ਅੰਦਰ ਸਮਾ ਕੇ ਇਸ ਸਮੁੰਦਰ ਦਾ ਰੂਪ ਹੋ ਜਾਏਗਾ। ਤਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ, ਸੁਣਿਐ ਸਰਾ ਗੁਣਾ ਕੇ ਗਾਹ। ਧਿਆਨ ਦੇਣਾ ਸਾਧ ਸੰਗਤ, ਜਿਹੜਾ ਗਾਹ ਸ਼ਬਦ ਹੈ, ਵੈਸੇ ਪੰਜਾਬੀ ਦਾ ਇੱਕ ਸ਼ਬਦ ਵੀ ਆਪਾਂ ਪੜ੍ਹਦੇ ਹਾਂ, ਆਮ ਪੰਜਾਬੀ ਬੋਲਚਾਲ ਵਿੱਚ ਵਰਤਿਓ ਜਾਣ ਵਾਲਾ ਸ਼ਬਦ ਹੈ ਗਾਣਾ। ਭਾਵ ਮੈਂ ਇੰਨਾ ਜਗਤ ਗਾ ਕੇ ਆ ਗਿਆ, ਤੁਰ ਫਿਰ ਕੇ ਆ ਗਿਆ। ਇੱਕ ਗਾਣ ਦਾ ਆਖਰੀ ਅਰਥ ਹੈ ਤੁਰਨਾ ਫਿਰਨਾ। ਜਦੋਂ ਬੰਦਾ ਬਹੁਤ ਦੂਰ ਦੂਰ ਤੱਕ ਤੁਰ ਫਿਰ ਕੇ ਆਉਂਦਾ ਹੈ, ਉਹ ਫਿਰ ਕਹਿ ਦਿੰਦਾ ਵੀ ਮੈਂ ਬੜਾ ਲੰਮਾ ਪੈਂਡਾ ਤੈਅ ਕਰਕੇ ਆਇਆ, ਤੇ ਪੰਜਾਬੀ ਅੰਦਰ ਅਸੀਂ ਉਹਨੂੰ ਕਹਿ ਦਿੰਦੇ ਹਾਂ ਮੈਂ ਗਾ ਕੇ ਆਇਆ। ਇੱਥੇ ਸ਼ਬਦ ਹੈ ਗਾ ਦਾ ਮਤਲਬ ਹੈ ਗਾਉਣ ਵਾਲਾ, ਇਹਦਾ ਮਤਲਬ ਹੈ ਸੂਝ ਰੱਖਣ ਵਾਲਾ। ਧਿਆਨ ਦੇਣਾ ਸਾਧ ਸੰਗਤ, ਸੂਝ ਰੱਖਣ ਵਾਲਾ, ਐਸਾ ਜਿਹਦੇ ਅੰਦਰ ਵਾਕਫੀਅਤ ਟਿਕ ਜਾਏ। ਪਰਮਾਤਮਾ ਦੇ ਗੁਣ ਸਾਡੇ ਮਾਨਸਿਕ ਵਿਕਾਸ ਨੂੰ, ਸਾਡੇ ਅੰਦਰ ਨੂੰ ਹੋਰ ਜ਼ਿਆਦਾ ਵਿਸ਼ਾਲ ਕਰਦੇ ਨੇ ਰੱਬੀ ਗੁਣਾਂ ਦੇ ਨਾਲ। ਵੇਖੋ ਸਾਧ ਸੰਗਤ, ਇੱਕ ਸਮਾਂ ਹੁੰਦਾ ਹੈ ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ, ਉਹਦਾ ਸੰਬੰਧ ਆਪਣੀ ਮਾਂ ਨਾਲ ਹੁੰਦਾ ਹੈ, ਕਿਉਂਕਿ ਉਹਨੂੰ ਭੁੱਖ ਲੱਗਦੀ ਹੈ ਤੇ ਉਹ ਰੋਂਦਾ ਹੈ। ਜਿਸ ਵੇਲੇ ਉਹ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਹੈ, ਉਹਦਾ ਸੰਬੰਧ ਆਪਣੇ ਮਾਂ-ਬਾਪ ਤੇ ਭੈਣ ਭਰਾਵਾਂ ਦੇ ਨਾਲ ਜੁੜਦਾ ਹੈ। ਹੋਰ ਥੋੜਾ ਵੱਡਾ ਹੁੰਦਾ ਹੈ ਤੇ ਉਹਨੂੰ ਆਪਣੇ ਰਿਸ਼ਤੇਦਾਰਾਂ ਦੀ ਸਮਝ ਆਉਂਦੀ ਹੈ। ਹੋਰ ਥੋੜਾ ਵੱਡਾ ਹੁੰਦਾ ਹੈ ਤੇ ਸਕੂਲ ਅੰਦਰ ਜਾਂਦਾ ਹੈ, ਆਪਣੇ ਨਾਲ ਬੈਠੇ ਯਾਰਾਂ ਮਿੱਤਰਾਂ ਦੋਸਤਾਂ ਦੇ ਨਾਲ ਬੈਠੇ ਆ, ਥੋੜੀ ਬਹੁਤੀ ਸੰਸਾਰ ਦੀ ਸਮਝ ਸ਼ੁਰੂ ਹੁੰਦੀ ਹੈ। ਪਰ ਇੱਕ ਸਮਾਂ ਐਸਾ ਹੁੰਦਾ ਹੈ ਜਦੋਂ ਉਹੀ ਬੱਚਾ ਸੰਸਾਰ ਦੇ ਅੰਦਰ, ਦੁਨੀਆ ਦੇ ਹਰ ਕੋਨੇ ਦੇ ਵਿੱਚ ਆਪ ਆਪਣੀ ਤਲ ਤੇ ਸੰਸਾਰ ਵਿੱਚ ਵਿਚਰਦਾ ਹੈ। ਫਿਰ ਹੁਣ ਉਹਨੂੰ ਕਿਸੇ ਦੇ ਸੁਝਾਅ ਦੀ ਜ਼ਰੂਰਤ ਨਹੀਂ ਹੁੰਦੀ। ਉਹਨੂੰ ਇੰਨੀ ਨੌਲੇਜ ਹੋ ਜਾਂਦੀ ਹੈ, ਇੰਨਾ ਗਿਆਨ ਹੋ ਜਾਂਦਾ ਹੈ
ਫਿਰ ਉਹ ਆਪਣੇ ਤਲ ਤੇ ਸੰਸਾਰ ਦੇ ਵਿੱਚ ਵਿਚਰਦਾ ਹੈ, ਬੜੇ ਵੱਡੇ ਬਿਜ਼ਨਸ ਕਰਦਾ ਹੈ, ਵਪਾਰ ਕਰਦਾ ਹੈ, ਗਿਆਨ ਦੇ ਤਲ ਤੇ ਬੜੀਆਂ ਵੱਡੀਆਂ ਨੌਕਰੀਆਂ ਤੱਕ ਪਹੁੰਚਦਾ ਹੈ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਬਸ ਆਹ ਹੈ ਗਿਆਨ ਦਾ ਵਿਸਥਾਰ। ਇਸੇ ਕਰਕੇ ਸਾਹਿਬ ਨੇ ਪਾਵਨ ਬਾਣੀ ਅੰਦਰ ਇੱਕ ਪੰਕਤੀ ਵਰਤੀ, ਆਪ ਬਾਣੀ ਵਿੱਚੋਂ ਪੜ੍ਹਦੇ ਵੀ ਹੋ ਸਾਧ ਸੰਗਤ। ਸਤਿਗੁਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਹੈ। ਪਾਤਸ਼ਾਹ ਕਹਿੰਦੇ ਨੇ ਗੁਣਾ ਕਾ ਹੋਵੇ ਵਾਂਸੁਲਾ ਕੱਢ ਵਾਂਸ ਲਈ ਜੈ, ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ। ਜਦੋਂ ਗੁਣਾਂ ਦੇ ਨਾਲ ਸਾਂਝ ਕਰੇਗਾ, ਅਵਗੁਣਾਂ ਦਾ ਤਿਆਗ ਕਰੇਗਾ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੱਧ ਥੀਵੇਂ ਦਰਿਆਓ, ਤੂੰ ਵੱਧ ਕੇ ਇੱਕ ਸਮੁੰਦਰ ਦੀ ਤਰ੍ਹਾਂ ਹੋ ਜਾਏਗਾ, ਘਟ ਨਾ ਥੀਵੇ ਵਾਹੜਾ। ਸਤਿਗੁਰ ਕਹਿੰਦੇ ਨੇ ਫਿਰ ਤੂੰ ਛੋਟਾ ਜਿਹਾ ਇੱਕ ਤਲਾਬ ਨਹੀਂ ਰਹੇਗਾ, ਤੂੰ ਇੱਕ ਬਹੁਤ ਵੱਡਾ ਸਰੋਵਰ ਬਣ ਜਾਏਗਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਕਹਿੰਦੇ ਨੇ ਜਿਹੜੇ ਨਾਮ ਨੂੰ ਸੁਣਦੇ ਨੇ, ਸੁਣਿਆ ਸਰਾ ਗੁਣਾ ਕੇ ਗਾਹ, ਉਹਨਾਂ ਦੇ ਅੰਦਰ ਸੂਝ ਇੰਨੀ ਟਿਕ ਜਾਂਦੀ ਏ ਗੁਣਾਂ ਦੇ ਨਾਲ ਜੁੜਨ ਕਰਕੇ, ਸਤਿਗੁਰ ਦੇ ਅਗੰਮੀ ਗਿਆਨ ਨੂੰ ਸੁਣਨ ਕਰਕੇ। ਕਿਉਂਕਿ ਸਾਧ ਸੰਗਤ ਫਿਰ ਮੈਂ ਬੇਨਤੀ ਕਰਦਿਆਂ, ਸੁਣਨ ਦੇ ਉੱਤੇ ਹੀ ਮਨੁੱਖੀ ਸਮੁੱਚੀ ਢਾਂਚਾ ਖੜਾ ਹੋਇਆ। ਜੇ ਸੁਣਿਆ ਨਹੀਂ ਜਾਏਗਾ ਤੇ ਜੀਵਨ ਦਾ ਵਿਕਾਸ ਨਹੀਂ ਹੋਏਗਾ। ਬੰਦਾ ਪਦਾਰਥ ਖਾਏਗਾ ਪੀਏਗਾ, ਪਰ ਜਿਹੜਾ ਸੁਣ ਨਹੀਂ ਸਕਦਾ ਨਾ, ਧਿਆਨ ਦੇਣਾ, ਉਹਦਾ ਵਿਕਾਸ ਨਹੀਂ ਹੈ। ਵੇਖੋ ਗੁਰੂ ਘਰ ਦੇ ਅੰਦਰ ਆਪ ਵੇਖਦੇ ਹੋ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਕੋਲੋਂ ਨੇਤਰਾਂ ਦੀ ਜੋਤ ਨਹੀਂ ਹੁੰਦੀ, ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਇਹ ਸੂਰਮੇ ਸਿੱਖ ਨੇ। ਤੁਸੀਂ ਵੇਖਿਆ ਕਿੰਨਾ ਸੋਹਣਾ ਕੀਰਤਨ ਦਰਬਾਰ ਸਾਹਿਬ ਜੀ ਦੇ ਅੰਦਰ ਅਜੋਕੇ ਸਮੇਂ ਦੇ ਅੰਦਰ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਇੱਕ ਬੜੀ ਵੱਡੀ ਮਿਸਾਲ ਨੇ ਸਾਡੇ ਕੋਲੋਂ। ਇਸ ਤੋਂ ਪਹਿਲਾਂ ਵੀ ਕਈ ਐਸੇ ਗੁਰਮੁਖ ਪਿਆਰੇ ਹੋਏ ਨੇ ਜਿਨ੍ਹਾਂ ਦੇ ਕੋਲੋਂ ਦ੍ਰਿਸ਼ਟ ਨਹੀਂ, ਪਰ ਜਦੋਂ ਕੀਰਤਨ ਕਰਦੇ ਨੇ ਸੱਚ ਵਿੱਚ ਉਹ ਪਰਮਾਤਮਾ ਰੱਬ ਜੀ ਦੇ ਨਾਲ ਇੱਕ ਮਿਕ ਬੰਦੇ ਨੂੰ ਜੋੜ ਦਿੰਦੇ ਨੇ। ਉਹਨਾਂ ਦੀ ਵਿਚਾਰ ਅੰਦਰ, ਬੋਲਾਂ ਦੇ ਅੰਦਰ ਇੰਨੀ ਮਿਠਾਸ, ਇੰਨੀ ਰਮਜ਼ ਕਿ ਉਹਨਾਂ ਦੇ ਬੋਲ ਪਰਮਾਤਮਾ ਨਾਲ ਸਿੱਧਾ ਕਨੈਕਸ਼ਨ ਕਰਵਾ ਦਿੰਦੇ ਨੇ। ਇਹਦਾ ਮਤਲਬ ਹੈ ਜਿਹੜਾ ਬੰਦਾ ਵੇਖ ਨਹੀਂ ਸਕਦਾ, ਪਰ ਉਹਨਾਂ ਨੇ ਸੁਣ ਕੇ ਗਿਆਨ ਇੰਨਾ ਹਾਸਲ ਕਰ ਲਿਆ। ਪਰ ਡਾਕਟਰ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਜਿਹੜਾ ਬੱਚਾ ਸੁਣ ਨਹੀਂ ਸਕਦਾ ਨਾ, ਉਹ ਬੋਲ ਵੀ ਨਹੀਂ ਸਕਦਾ, ਉਹਦਾ ਮਾਨਸਿਕ ਵਿਕਾਸ ਹੋ ਹੀ ਨਹੀਂ ਸਕਦਾ, ਕਿਉਂਕਿ ਸਾਰੀ ਤਾਕਤ ਸੁਣਨ ਤੇ ਖੜੀ ਹੋਈ ਹੈ। ਸੁਣਿਆ ਹੀ ਬੰਦੇ ਦਾ ਵਿਕਾਸ ਆਰੰਭ ਹੁੰਦਾ ਹੈ। ਜਦੋਂ ਅਸੀਂ ਬਚਪਨ ਵਿੱਚ ਨਹੀਂ ਬੋਲਦੇ ਸਾਂ, ਅਸੀਂ ਮਾਪਿਆਂ ਦੇ ਬੋਲ ਸੁਣੇ, ਸੰਸਾਰ ਦੇ ਬੋਲ ਸੁਣੇ, ਸੁਣ ਕੇ ਸਾਨੂੰ ਬੋਲਣਾ ਆ ਗਿਆ। ਸ਼ਬਦਾਂ ਦਾ ਸਾਡੇ ਅੰਦਰੋਂ ਜਨਮ ਹੋਇਆ। ਕਿਵੇਂ ਹੋਇਆ? ਸੁਣ ਕੇ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਸੁਣ ਲਏਗਾ ਗੁਰੂ ਦੇ ਉਪਦੇਸ਼ ਨੂੰ, ਪਰ ਇੱਕ ਗੱਲ ਚੇਤੇ ਰੱਖੀ, ਸੁਣੇਗਾ ਇਸ ਕਰਕੇ ਵੀ ਤੇਰੇ ਅੰਦਰ ਗਿਆਨ ਟਿਕ ਜਾਏ, ਤੂੰ ਇਸ ਅਗੰਮੀ ਗਿਆਨ ਦਾ ਮਾਲਕ ਬਣ ਜਾਏ। ਕਿਉਂਕਿ ਸਾਧ ਸੰਗਤ ਜੇ ਸਿਰਫ ਕੰਨ ਰਸ ਕਰਕੇ ਸੁਣਿਆ, ਸੁਣਨਾ ਤੇ ਉਹ ਵੀ ਹੈ। ਸੰਸਾਰ ਦੇ ਬੜੇ ਗੀਤ ਬੰਦੇ ਸੁਣਦੇ ਨੇ ਸਾਰਾ ਦਿਨ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਆਮ ਕਿਸੇ ਮਨੁੱਖ ਦੇ ਘਰ ਚਲੇ ਜਾ, ਤੁਹਾਨੂੰ ਹਰ ਵਕਤ ਟੀਵੀ ਤੇ ਹੋਰ ਸਾਧਨਾਂ ਰਾਹੀਂ ਸਿਰਫ ਗਾਣੇ ਵੱਜਦੇ ਹੋਏ ਸੁਣਨਗੇ। ਬੰਦਾ ਸੁਣਦਾ ਤੇ ਬਹੁਤ ਕੁਝ ਹੈ, ਹਰ ਸੁਣੇ ਦਾ ਆਪਣਾ ਪ੍ਰਭਾਵ ਹੈ। ਸਾਧ ਸੰਗਤ ਚੰਗਾ ਸੁਣਾਂਗੇ, ਜੀਵਨ ਦੇ ਅੰਦਰ ਚੰਗਿਆਈਆਂ ਆਣਗੀਆਂ। ਬੁਰਾ ਸੁਣਾਂਗੇ, ਜੀਵਨ ਦੇ ਅੰਦਰ ਬੁਰਾਈਆਂ ਜਨਮ ਲੈਣਗੀਆਂ। ਇਸੇ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਸੁਣਿਆ ਹੈ ਉਹਨਾਂ ਨੂੰ ਇੰਨੀ ਵਾਕਫੀਅਤ ਮਿਲ ਗਈ, ਇੰਨਾ ਗਿਆਨ ਮਿਲ ਗਿਆ ਗੁਰੂ ਦੇ ਚਰਨਾਂ ਵਿੱਚੋਂ ਕਿ ਉਹ ਮਾਨੋ ਗੁਰੂ ਸਰੋਵਰ ਦੇ ਨਾਲ ਮਿਲ ਕੇ ਉਹ ਵੀ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੋ ਗਏ। ਇਸ ਪੰਕਤੀ ਦੀ ਵਿਆਖਿਆ ਬਾਣੀ ਦੇ ਅੰਦਰ ਇੱਕ ਪੰਕਤੀ ਹੋਰ ਕਰੇਗੀ। ਇੱਕ ਸ਼ਬਦ ਆਪ ਪੜ੍ਹਦੇ ਹੋ, ਸਤਿਗੁਰ ਕਹਿੰਦੇ ਨੇ ਸ਼ਰੀਰ ਵਿਰੋਲ ਸਮੁੰਦ ਹਮ ਦੇਖਿਆ। ਸਮੁੰਦ ਵਿਰੋਲ ਸ਼ਰੀਰ ਹਮ ਦੇਖਿਆ। ਪਾਤਸ਼ਾਹ ਕਹਿੰਦੇ ਨੇ ਸ਼ਰੀਰ ਰੂਪੀ ਸਮੁੰਦਰ ਨੂੰ ਜਦੋਂ ਮੈਂ ਅੰਦਰੋਂ ਫਰੋਲ ਕੇ ਵੇਖਿਆ, ਸਮੁੰਦ ਵਿਰੋਲ ਸ਼ਰੀਰ ਹਮ ਦੇਖਿਆ, ਇੱਕ ਵਸਤ ਅਨੂਪ ਵਿੱਚ ਪਾਈ। ਇਹਦੇ ਅੰਦਰੋਂ ਮੈਨੂੰ ਇੱਕ ਅਨੂਪ ਵਸਤੂ ਮਿਲ ਗਈ। ਕਿਹੜੀ? ਪਰਮਾਤਮਾ ਦੇ ਨਾਮ ਦੀ। ਉਸ ਅਨੂਪ ਵਸਤੂ ਨੇ ਮੇਰੇ ਅੰਦਰ ਇੱਕ ਗਿਆਨ ਪੈਦਾ ਕੀਤਾ। ਕਿਹੜਾ ਗਿਆਨ?
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਿੱਖ ਗੁਰੂ ਸਿੱਖ ਗੁਰੂ, ਗੁਰੂ ਸਿੱਖ ਹੈ ਨਾਨਕ ਭੇਦ ਨਾ ਕਾਈ। ਸਤਿਗੁਰ ਕਹਿੰਦੇ ਨੇ ਸਿੱਖ ਗੁਰੂ ਹੈ ਤੇ ਗੁਰੂ ਸਿੱਖ ਹੈ, ਨਾਨਕ ਜੀ ਕੋਈ ਭੇਦ ਨਹੀਂ। ਜਦੋਂ ਗੁਰੂ ਆਪਣੇ ਸਿੱਖ ਨੂੰ ਗੁਣਾਂ ਦੀ ਦਾਤ ਦਿੰਦਾ ਹੈ ਤੇ ਆਪਣੇ ਸਿੱਖ ਦੇ ਤਲ ਤੇ ਜਾ ਕੇ ਆਪਣੇ ਸਿੱਖ ਨੂੰ ਗੁਣਾਂ ਨਾਲ ਜੋੜਦਾ ਹੈ। ਤੇ ਜਦੋਂ ਸਿੱਖ ਗੁਰੂ ਦੇ ਕੋਲੋਂ ਗੁਣਾਂ ਦੀ ਦਾਤ ਲੈ ਲੈਂਦਾ ਹੈ, ਸਿੱਖ ਗੁਣਾਂ ਦੀ ਦਾਤ ਲੈ ਕੇ ਗੁਰੂ ਦੇ ਦਿੱਤੇ ਅਗੰਮੀ ਗਿਆਨ ਦੇ ਰਾਹੀਂ ਗੁਰੂ ਦੇ ਅੰਦਰ ਲੀਨ ਹੋ ਜਾਂਦਾ ਹੈ। ਧਿਆਨ ਦੇਣਾ ਦੀ ਮਿਸਾਲ ਸਮਝ ਵਿੱਚ ਆਏਗੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਲਹਿਣਾ ਜੀ ਆਏ। ਸਾਹਿਬਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਤਕਰੀਬਨ 7 ਸਾਲ ਸੇਵਾ ਕੀਤੀ ਹੈ। 7 ਸਾਲ ਸੇਵਾ ਕਰਦਿਆਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਤਲ ਤੇ ਜਾ ਕੇ ਉਹਨਾਂ ਨੂੰ ਚੁੱਕਿਆ ਉੱਤੇ, ਉਹਨਾਂ ਦੇ ਤਲ ਤੋਂ ਚੁੱਕ ਕੇ ਉਹਨਾਂ ਨੂੰ ਆਪਣੇ ਤਲ ਤੇ ਲਿਆ ਕੇ ਖੜਾ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਗੁਰੂ ਨੇ ਉਹ ਸਿੱਖ ਬਣੇ, ਭਾਵ ਸਿੱਖ ਦੇ ਤਲ ਤੇ ਗਏ। ਸਿੱਖ ਦੇ ਤਲ ਤੋਂ ਸਿੱਖ ਨੂੰ ਉੱਪਰ ਚੁੱਕ ਕੇ ਆਪਣੇ ਤਲ ਤੇ ਲੈ ਕੇ ਆਏ। ਤੇ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਤਲ ਤੇ ਭਾਈ ਲਹਿਣਾ ਜੀ ਆ ਗਏ, ਫਿਰ ਮੇਰੇ ਸਤਿਗੁਰ ਨੇ ਕਿਰਪਾ ਕੀਤੀ, ਸਿੱਖ ਨੂੰ ਗੁਰੂ ਬਣਾ ਕੇ ਥਾਪ ਦਿੱਤਾ। ਇਹ ਵਡਿਆਈ ਗੁਰੂ ਦੇ ਅੰਦਰ ਹੈ। ਤਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਆਪੇ ਗੁਰ ਚੇਲਾ ਹੈ, ਆਪੇ ਹਰ ਪ੍ਰਭ ਚੋਜ ਵਿਡਾਣੀ। ਉਹ ਆਪ ਹੀ ਗੁਰੂ ਹੈ, ਆਪ ਹੀ ਚੇਲਾ ਹੈ। ਆਪੇ ਹਰ ਪ੍ਰਭ ਚੋਜ ਵਿਡਾਣੀ। ਸਤਿਗੁਰੂ ਕਹਿੰਦੇ ਨੇ ਆਪ ਹੀ ਸਭ ਚੋਜ ਕਰਨ ਵਾਲੇ। ਪਰ ਜਿਹਨੂੰ ਸਮਝ ਆ ਜਾਏ, ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਅੱਜ ਕਹਿੰਦੇ ਨੇ ਜਦੋਂ ਤੂੰ ਭਾਵਨਾ ਨਾਲ ਸਤਿਗੁਰ ਦੇ ਉਪਦੇਸ਼ ਨੂੰ ਸੁਣ ਲਏਗਾ, ਪਾਤਸ਼ਾਹ ਕਹਿੰਦੇ ਨੇ ਤੂੰ ਸਰੋਵਰ ਬਣ ਜਾਏਗਾ, ਬੜਾ ਵਿਸ਼ਾਲ ਸਰੋਵਰ ਬਣ ਜਾਏਗਾ। ਤੇਰੇ ਅੰਦਰ ਅਰਸਾ ਗੁਣ ਆ ਜਾਣਗੇ। ਵੇਖੋ ਪ੍ਰਮਾਤਮਾ ਦੀ ਕੁਦਰਤ ਅੰਦਰ ਬੇਅੰਤ ਗੁਣ ਨੇ, ਕੋਈ ਗੁਣਾਂ ਦੀ ਘਾਟ ਨਹੀਂ। ਜਿਵੇਂ ਜਿਵੇਂ ਬੰਦਾ ਉਹਨਾਂ ਚੀਜ਼ਾਂ ਨਾਲ ਜੁੜਦਾ ਉਹਨੂੰ ਸਮਝ ਆਉਂਦੀ ਹੈ। ਹਰ ਚੀਜ਼ ਦੀ ਕੋਈ ਪਾਇਆ ਨਹੀਂ। ਕਿਸੇ ਲਾਈਨ ਨੂੰ ਬੰਦਾ ਜੀਵਨ ਵਿੱਚ ਚੁਣ ਲਏ, ਤੁਸੀਂ ਮੈਡੀਕਲ ਲਾਈਨ ਨੂੰ ਚੁਣ ਲਵੋ, ਤੁਸੀਂ ਇੰਜੀਨੀਅਰ ਬਣਨਾ ਚਾਹੋ, ਕਿਸੇ ਵੀ ਚੀਜ਼ ਨੂੰ, ਤੁਸੀਂ ਟੀਚਿੰਗ ਦੀ ਲਾਈਨ ਵਿੱਚ ਜਾਓ, ਸਾਧ ਸੰਗਤ ਕੀ ਗੁਣਾਂ ਦੀ ਕੋਈ ਥਾਂ ਹੈ? ਮੈਂ ਕਹਿੰਦਾ ਸੀ ਸਿਰਫ ਇੱਕ ਹਾਰਮੋਨੀਅਮ ਸਿੱਖਣਾ ਸ਼ੁਰੂ ਕਰ ਦਈਏ ਤੇ ਸਾਰੀ ਜ਼ਿੰਦਗੀ ਵੀ ਸਿੱਖਦੇ ਰਹੀਏ, ਅਸੀਂ ਕਦੀ ਉਸ 7 ਸੁਰਾਂ ਦਾ ਵੀ ਪਾਰਾਵਾਰ ਨਹੀਂ ਪਾ ਸਕਦੇ। ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਸੁਣੇਗਾ, ਸੁਣਿਆ ਸਰਾ ਗੁਣਾ ਕੇ ਗਾਹ। ਪਰਮਾਤਮਾ ਕਿੰਨਾ ਵਿਸ਼ਾਲ ਹੈ, ਉਹਦੇ ਬੇਅੰਤ ਗੁਣ। ਤੇ ਸਤਿਗੁਰ ਕਹਿੰਦੇ ਨੇ ਉਹਦੇ ਬੇਅੰਤ ਗੁਣਾਂ ਦੀ ਵਾਕਫੀ ਸੂਝ ਤੈਨੂੰ ਤੇਰੇ ਅੰਤਰਾਤਮੇ ਹੋ ਜਾਏਗੀ, ਭਾਵ ਤੂੰ ਇੰਨੇ ਗੁਣਾਂ ਦਾ ਮਾਲਕ ਬਣ ਜਾਏਗਾ। ਸਤਿਗੁਰ ਨੇ ਤਾਂ ਹੀ ਬਾਣੀ ਵਿੱਚ ਇੱਕ ਸ਼ਬਦ ਵਰਤਿਆ, ਸਾਹਿਬ ਕਹਿੰਦੇ ਨੇ ਰਾਮ ਨਾਮ ਰਤਨ ਕੋਠੜੀ। ਪਰਮਾਤਮਾ ਦਾ ਨਾਮ ਇਸ ਸਰੀਰ ਰੂਪੀ ਕੋਠੀ ਦੇ ਅੰਦਰ ਹੈ। ਗੜ ਮੰਦਰ ਏਕ ਲੁਕਾਨੀ। ਸਤਿਗੁਰ ਕਹਿੰਦੇ ਨੇ ਹੈ ਅੰਦਰ, ਪਰ ਨਜ਼ਰ ਨਹੀਂ ਸੀ ਆ ਰਿਹਾ। ਪਰ ਸਤਿਗੁਰ ਨੇ ਕੀ ਕੀਤਾ? ਸਤਿਗੁਰ ਮਿਲਿਆ ਤਾਂ ਖੋਜੀਐ। ਜਦੋਂ ਸੱਚੇ ਸਤਿਗੁਰ ਨਾਲ ਮਿਲਾਪ ਹੋ ਗਿਆ, ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਤ ਵਿੱਚ ਰਤਨ ਜਵਾਹਰ ਮਾਨਿਕ, ਜੇਕ ਗੁਰ ਕੀ ਸਿੱਖ ਸੁਣੀ। ਫਿਰ ਪਾਤਸ਼ਾਹ ਕਹਿੰਦੇ ਨੇ ਸੁਣਿਆ ਸ਼ੇਖ ਪੀਰ ਪਾਤਸ਼ਾਹ। ਸੁਣਨ ਦੇ ਨਾਲ ਪਾਤਸ਼ਾਹ ਕਹਿੰਦੇ ਨੇ ਲੋਕ ਸ਼ੇਖ ਪੀਰ ਤੇ ਪਾਤਸ਼ਾਹ, ਇਹਨਾਂ ਦੀ ਸੰਸਾਰਿਕ ਤਲ ਤੇ ਇੱਕ ਆਪਣੀ ਪਰਿਭਾਸ਼ਾ ਹੈ। ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ। ਇਹਦਾ ਮਤਲਬ ਇਹ ਨਹੀਂ ਕਿ ਤੂੰ ਸ਼ੇਖ ਪੀਰ ਤੇ ਪਾਤਸ਼ਾਹਾਂ ਵਰਗਾ ਬਣ ਜਾਏਗਾ। ਗੁਰਬਾਣੀ ਅੰਦਰ ਇਹਨਾਂ ਸਭ ਸ਼ਬਦਾਂ ਦੀ ਇੱਕ ਆਪਣੀ ਪਰਿਭਾਸ਼ਾ ਹੈ। ਸਤਿਗੁਰ ਕਹਿੰਦੇ ਨੇ ਸ਼ੇਖ ਉਹ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਸੱਚ ਵਿੱਚ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ। ਪਾਤਸ਼ਾਹ ਕਹਿੰਦੇ ਨੇ ਪੀਰ ਉਹ ਨਹੀਂ ਜਿਹੜਾ ਸਿਰਫ ਬਾਹਰਮੁਖੀ ਪੂਜਾ ਕਰਾਂਦਾ ਹੈ। ਪੀਰ ਅਸਲ ਵਿੱਚ ਉਹ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਅਭੇਦ ਹੈ। ਤੇ ਸਤਿਗੁਰ ਕਹਿੰਦੇ ਨੇ ਪਾਤਸ਼ਾਹ ਅਸਲ ਵਿੱਚ ਉਹ ਹੈ ਜਿਨੇ ਗੁਰੂ ਦੀ ਪਾਤਸ਼ਾਹੀ ਨੂੰ, ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ। ਧਿਆਨ ਦੇਣਾ, ਤਿੰਨਾਂ ਸ਼ਬਦਾਂ ਦੇ ਅਰਥ ਗੁਰਬਾਣੀ ਵਿੱਚੋਂ ਹੀ ਅਸੀਂ ਲਵਾਂਗੇ। ਇਹ ਸੰਸਾਰਿਕ ਤਲ ਤੇ ਵੱਖਰੇ ਆ, ਜਿਵੇਂ ਈਸ਼ਰ, ਬਰਮਾ ਤੇ ਇੰਦਰ ਦੀ ਗੱਲ ਆਈ ਸੀ। ਇਹ ਜੇ ਸੰਸਾਰਿਕ ਤਲ ਤੇ ਅਰਥ ਕਰਾਂਗੇ ਤੇ 3 ਦੇਵਤੇ ਨੇ। ਹੁਣ ਸਤਿਗੁਰ ਇਹ ਨਹੀਂ ਕਹਿ ਰਹੇ ਵੀ ਤੂੰ ਉਹਨਾਂ ਵਰਗਾ ਬਣ ਜਾਏਗਾ, ਕਿਉਂਕਿ ਉਹਨਾਂ ਦਾ ਜੀਵਨ ਤੇ ਵਿਚਾਰ ਤੇ ਖੜਾ ਹੈ, ਕਿਤੇ ਹਉਮੈ ਤੇ ਖੜਾ ਹੈ। ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਵੀ ਸ਼ਬਦ ਆਖੇ ਕਿ ਪਾਂਡੇ ਤੁਮਰਾ ਰਾਮਚੰਦ ਸੋਭੀ ਆਵ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਏ ਘਰ ਕੀ ਜੋ ਇਹ ਗਵਾਈ ਥੀ। ਰਾਵਣ ਪਾਂਡੇ ਤੁਮਰਾ ਤੁਹਾਡਾ ਤੇਰਾ ਸ਼ਿਵ ਜੀ ਜਿਹੜਾ ਧੋਲੇ ਬਲਦ ਚੜਿਆ ਆਵਤ ਦੇਖਿਆ ਥਾ, ਮੈਂ ਉਹ ਵੀ ਵੇਖਿਆ।
ਪਰ ਪਾਤਸ਼ਾਹ ਕਹਿੰਦੇ ਨੇ ਮੋਤੀ ਕੇ ਕਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਤਾਂ ਉਹ ਅਹੰਕਾਰ ਦੇ ਤਲ ਤੇ ਖੜੇ ਹੋਏ ਨੇ, ਪਰ ਗੁਰਸਿੱਖ ਦਾ ਜੀਵਨ ਅਹੰਕਾਰ ਦੇ ਤਲ ਤੇ ਨਹੀਂ ਹੈ। ਸਾਹਿਬ ਕਹਿੰਦੇ ਨੇ ਜਿਹੜੀ ਇੱਕ ਪਰਿਭਾਸ਼ਾ ਗੁਰੂ ਨੇ ਦਿੱਤੀ ਹੈ ਬਾਣੀ ਵਿੱਚ, ਅਸੀਂ ਉਸ ਪਰਿਭਾਸ਼ਾ ਨੂੰ ਲੈ ਕੇ ਇਹਨਾਂ ਦੇ ਅਰਥ ਕਰਾਂਗੇ। ਸਾਹਿਬ ਕਹਿੰਦੇ ਨੇ ਜਦੋਂ ਸੁਣੇਗਾ ਤੂੰ ਫਿਰ ਸ਼ੇਖ ਪੀਰ ਤੇ ਪਾਤਸ਼ਾਹ, ਜੋ ਗੁਰੂ ਇਹਨਾਂ ਤਿੰਨਾਂ ਸ਼ਬਦਾਂ ਦੀ ਪਰਿਭਾਸ਼ਾ ਦਿੰਦਾ, ਸਤਿਗੁਰੂ ਕਹਿੰਦੇ ਨੇ ਤੂੰ ਬਣ ਜਾਏਗਾ ਸ਼ੇਖ, ਤੂੰ ਪੀਰ ਦੀ ਤਰ੍ਹਾਂ ਹੋ ਜਾਏਗਾ, ਤੂੰ ਪਾਤਸ਼ਾਹ ਬਣ ਜਾਏਗਾ, ਪਰ ਜਦੋਂ ਸਤਿਗੁਰ ਦੇ ਉਪਦੇਸ਼ ਨੂੰ ਸੁਣੇਗਾ। ਪਰ ਧਿਆਨ ਦੇਣਾ, ਮੈਂ ਫਿਰ ਬੇਨਤੀ ਕਰਦਿਆਂ ਇਹਨਾਂ ਤਿੰਨਾਂ ਸ਼ਬਦਾਂ ਦੀ ਅਰਥ ਜਿਹੜੇ ਨੇ ਅਸੀਂ ਬਾਣੀ ਦੇ ਵਿੱਚੋਂ ਹੀ ਕਰਾਂਗੇ, ਬਾਣੀ ਤੋਂ ਬਾਹਰ ਨਹੀਂ। ਬਾਣੀ ਤੋਂ ਬਾਹਰ ਜਿਨ੍ਹਾਂ ਦੇ ਅਰਥ ਕਰਾਂਗੇ, ਧਿਆਨ ਦੇਣਾ, ਭਗਤ ਸ਼ਬਦ ਦੀ ਪਰਿਭਾਸ਼ਾ ਦੇਣ ਲੱਗਿਆ ਸਾਨੂੰ ਬਾਣੀ ਵਿੱਚੋਂ ਹੀ ਭਗਤ ਸ਼ਬਦ ਦੀ ਪਰਿਭਾਸ਼ਾ ਪੜ੍ਹਨੀ ਪਏਗੀ। ਸੇਵਕ ਕੌਣ ਹੈ, ਇਹਦੀ ਪਰਿਭਾਸ਼ਾ ਸਾਨੂੰ ਬਾਣੀ ਵਿੱਚੋਂ ਹੀ ਪੜ੍ਹਨੀ ਪਏਗੀ। ਸਿੱਖ ਕੌਣ ਹੈ, ਇਹਦੀ ਪਰਿਭਾਸ਼ਾ ਸਾਨੂੰ ਬਾਣੀ ਵਿੱਚੋਂ ਪੜ੍ਹਨੀ ਪਏਗੀ। ਤਾਂ ਹੀ ਪਾਤਸ਼ਾਹ ਨੇ ਆਖਿਆ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਹੁਣ ਸਤਿਗੁਰ ਕਹਿੰਦੇ ਨੇ ਸੁਣਿਆ ਅੰਧੇ ਪਾਵੇਰਾ, ਸੁਣਨ ਦੇ ਨਾਲ ਸਤਿਗੁਰ ਕਹਿੰਦੇ ਨੇ ਅੰਧੇ, ਅੰਧੇ ਦਾ ਮਤਲਬ ਹੈ ਗਿਆਨ ਤੋਂ ਹੀਣੇ। ਇੱਥੇ ਅੰਨੇ ਦਾ ਮਤਲਬ ਅੰਨਾ ਨਹੀਂ ਹੈ। ਸਾਧ ਸੰਗਤ, ਕਿਸੇ ਕੋਲ ਅੱਖਾਂ ਦੀ ਜੋਤ ਨਾ ਹੋਵੇ, ਉਹਨੂੰ ਸਹਾਰਾ ਚਾਹੀਦਾ ਹੈ, ਉਹਨੂੰ ਕੋਈ ਨਾ ਕੋਈ ਟੇਕ ਚਾਹੀਦੀ ਹੈ। ਅੰਧੇ ਦਾ ਭਾਵ ਇੱਥੇ ਹੈ ਆਤਮਿਕ ਤੌਰ ਤੋਂ ਜਿਹੜਾ ਇਨਸਾਨ ਗਿਆਨ ਤੋਂ ਹੀਣਾ ਸੀ, ਸੱਜਣ ਗਿਆਨ ਤੋਂ ਹੀਣਾ ਸੀ, ਪਹਿਰਾਵਾ ਧਰਮੀਆਂ ਵਾਲਾ, ਪੇਖ ਧਰਮੀਆਂ ਵਾਲਾ, ਲੋਕਾਂ ਨੂੰ ਧਰਮਸ਼ਾਲਾ ਬਣਾ ਕੇ ਉੱਥੇ ਰੋਟੀ ਪਾਣੀ ਦਾ ਬੰਦੋਬਸਤ ਵੀ ਕਰਦਾ ਹੈ, ਪਰ ਧਰਮੀਆਂ ਵਾਲਾ ਪੇਖ ਹੋਣ ਦੀ ਬਜਾਏ ਅਗਿਆਨਤਾ ਵਿੱਚ ਜੀਵਨ ਜੀ ਰਿਹਾ ਹੈ। ਉਹਦੇ ਜੀਵਨ ਵਿੱਚ ਅਗਿਆਨਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਗਿਆਨ ਦੀ ਸੋਝੀ ਦਿੱਤੀ। ਸੱਜਣ ਨੂੰ ਜਦੋਂ ਗਿਆਨ ਦੀ ਸੋਝੀ ਮਿਲ ਗਈ, ਧਿਆਨ ਦੇਣਾ, ਉਹ ਸੱਜਣ ਸ਼ਾਹ ਬਣ ਗਿਆ, ਉਹ ਗੁਰੂ ਨਾਨਕ ਦਾ ਪ੍ਰਚਾਰਕ ਬਣ ਗਿਆ। ਉਹਨੂੰ ਸਤਿਗੁਰ ਨੇ ਆਪਣੇ ਪ੍ਰਚਾਰ ਲਈ ਥਾਪ ਦਿੱਤਾ। ਕੌਡਾ, ਉਹਦੇ ਕਰਮ ਬੜੇ ਮਾੜੇ ਸਨ, ਇਸ ਕਰਕੇ ਉਹਨੂੰ ਰਾਖਸ਼ ਕਹਿ ਦਿੱਤਾ। ਕਰਮ ਮਾੜੇ ਇਸ ਕਰਕੇ ਸਨ ਕਿਉਂਕਿ ਸਾਡੇ ਸਮਾਜ ਦੇ ਸਿਸਟਮ ਨੇ ਉਹਨੂੰ ਕੌਡੇ ਤੋਂ ਕੌਡਾ ਰਾਖਸ਼ ਬਣਾ ਦਿੱਤਾ। ਸਮਾਜ ਦੇ ਲੋਕ ਉਹਨੂੰ ਜਿਸ ਨਜ਼ਰੀਏ ਨਾਲ ਵੇਖਦੇ ਸਨ, ਉਹਦੇ ਅੰਦਰ ਇੰਨੀ ਈਰਖਾ ਪੈਦਾ ਹੋ ਗਈ, ਉਹਨੇ ਸਮਾਜ ਨੂੰ ਉਸ ਨਜ਼ਰੀਏ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਉਹਨੇ ਲੋਕਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੀ ਨਿਗਾਹ ਵਿੱਚ ਕੌਡਾ ਇੱਕ ਰਾਖਸ਼ ਬਣ ਗਿਆ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨੂੰ ਗਿਆਨ ਦਿੱਤਾ, ਸੋਝੀ ਦਿੱਤੀ ਵੀ ਨਹੀਂ, ਇਹ ਤੇਰਾ ਕਰਮ ਨਹੀਂ ਹੈ, ਇੰਨੇ ਮਾੜੇ ਕਰਮਾਂ ਲਈ ਤੂੰ ਸੰਸਾਰ ਵਿੱਚ ਪੈਦਾ ਨਹੀਂ ਹੋਇਆ, ਤੂੰ ਚੰਗੇ ਕਰਮਾਂ ਲਈ ਸੰਸਾਰ ਵਿੱਚ ਪੈਦਾ ਹੋਇਆ ਹੈ। ਸਤਿਗੁਰ ਨੇ ਕੌਡੇ ਨੂੰ ਰਾਖਸ਼ ਤੋਂ ਸ਼ਾਹ ਬਣਾ ਦਿੱਤਾ, ਭਾਈ ਬਣਾ ਦਿੱਤਾ। ਉਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਚਾਰਕ ਬਣ ਕੇ ਥਾਪਿਆ ਗਿਆ। ਕਿੰਨੀਆਂ ਹੀ ਉਦਾਹਰਨਾਂ ਨੇ ਸਾਧ ਸੰਗਤ। ਮੇਰੇ ਸਤਿਗੁਰ ਤਾਂ ਹੀ ਬਾਣੀ ਵਿੱਚ ਕਹਿੰਦੇ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਗੀਤਾ, ਅੰਧਲੇ ਤਿਰ ਭਵਨ ਸੋਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਅੰਧਲਿਆਂ ਬੰਦਿਆਂ ਨੂੰ, ਅਗਿਆਨੀ ਬੰਦਿਆਂ ਨੂੰ ਗੁਰੂ ਨੇ ਗਿਆਨ ਦੇ ਦਿੱਤਾ, ਜਿਹਨੂੰ ਗੁਰੂ ਰਾਮਦਾਸ ਕਹਿੰਦੇ ਨੇ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇਂ ਆਪਨ ਪਾਲੀ। ਫਿਰ ਜਦੋਂ ਸਤਿਗੁਰ ਨੇ ਆਪਣੇ ਚਰਨਾਂ ਨਾਲ ਲਾ ਲਿਆ, ਸਮਝ ਆ ਗਈ ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਅਗਿਆਨੀ ਬੰਦੇ ਨੂੰ ਗਿਆਨ ਮਿਲ ਜਾਂਦਾ ਹੈ ਕਿਦੋਂ? ਜਦੋਂ ਸਤਿਗੁਰ ਦੇ ਗਿਆਨ ਨੂੰ ਸੁਣਦਾ ਹੈ। ਸੁਣਿਆ ਅੰਧੇ ਪਾਵੇਂ ਰਾਹ। ਅਗਿਆਨੀ ਬੰਦਾ ਜਿਹਨੂੰ ਸਮਝ ਨਹੀਂ ਸੀ ਧਰਮ ਦਾ ਮੰਤਵ ਕੀ ਹੈ, ਧਰਮ ਦੇ ਕਰਮਾਂ ਦਾ ਮੰਤਵ ਕੀ ਹੈ, ਉਹਨੂੰ ਗੁਰੂ ਨੇ ਸੋਝੀ ਦੇ ਦਿੱਤੀ, ਗਿਆਨ ਦੇ ਦਿੱਤਾ, ਸਮਝ ਦੇ ਦਿੱਤੀ। ਜਦੋਂ ਸਮਝ ਆ ਗਈ, ਉਹ ਸਿੱਧੇ ਰਾਹ ਤੇ ਪੈ ਗਿਆ, ਉਹ ਲੋਕਾਂ ਦਾ ਭਲਾ ਕਰਨ ਲੱਗ ਪਿਆ। ਤਾਂ ਹੀ ਸਤਿਗੁਰ ਨੇ ਬਾਣੀ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕੀਤੀ, ਹਮ ਅਗਿਆਨੀ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ। ਮੇਰੇ ਸਤਿਗੁਰ, ਅਸੀਂ ਕਿਵੇਂ ਚੱਲੀਏ ਤੇਰੇ ਰਸਤੇ ਤੇ? ਜੇ ਤੂੰ ਆਪ ਕਿਰਪਾ ਕਰੇ ਤੇ ਅਸੀਂ ਚੱਲ ਸਕਦੇ ਹਾਂ। ਪਾਤਸ਼ਾਹ ਕਹਿੰਦੇ ਨੇ, ਸੁਣੇ ਅੰਧੇ ਪਾਵੇਂ ਰਾਹ, ਸੁਣੇ ਹਾਥ ਹੋਵੇ ਅਸਗਾਹ। ਧਿਆਨ ਦੇਣਾ ਸਾਧ ਸੰਗਤ, ਇੱਥੇ ਜਿਹੜਾ ਸ਼ਬਦ ਅਸਗਾਹ ਹੈ, ਅਸਗਾਹ ਸ਼ਬਦ ਦਾ ਆਖਰੀ ਅਰਥ ਹੈ ਜਿੰਦਾ ਕੋਈ ਪਾਰਾਵਾਰ ਨਹੀਂ। ਧਿਆਨ ਦੇਣਾ, ਜਿੰਦਾ ਕੋਈ ਪਾਰਾਵਾਰ ਨਹੀਂ, ਡੂੰਘਾ, ਜੋ ਬੇਅੰਤ ਡੂੰਘਾ ਹੈ।
ਸਤਿਗੁਰ ਕਹਿੰਦੇ ਨੇ ਜਦੋਂ ਸਤਿਗੁਰ ਦੇ ਨਾਮ ਨੂੰ ਸੁਣੇਗਾ ਫਿਰ ਹਾਥ ਹੋਵੇ ਅਸਗਾਹ। ਹਾਥ ਹੋਵੇ ਦਾ ਮਤਲਬ ਹੁੰਦਾ ਸੋਝੀ ਆ ਜਾਣੀ। ਧਿਆਨ ਦੇਣਾ, ਜਦੋਂ ਅਸੀਂ ਆਮ ਸ਼ਬਦਾਵਲੀ ਵਿੱਚ ਸ਼ਬਦ ਵਰਤਨੇ ਆ ਵੀ ਫਲਾਣੀ ਚੀਜ਼ ਮੇਰੇ ਹੱਥ ਵਿੱਚ ਹੈ, ਹੱਥ ਵਿੱਚ ਮਤਲਬ ਹੈ ਮੇਰੀ ਸਮਝ ਵਿੱਚ ਹੈ, ਮੈਨੂੰ ਪਤਾ ਹੈ ਉਹ ਚੀਜ਼ ਨੂੰ ਮੈਂ ਕਿਵੇਂ, ਉਸ ਚੀਜ਼ ਦੇ ਨਾਲ ਮੈਂ ਕਿਵੇਂ ਉਹਨੂੰ ਆਪਣੇ ਜੀਵਨ ਦੇ ਵਿੱਚ ਅੰਜਾਮ ਤੱਕ ਲੈ ਕੇ ਜਾਣਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਨਾਮ ਨੂੰ ਸੁਣੇਗਾ ਫਿਰ ਹਾਥ ਹੋਵੇ ਅਸਗਾਹ, ਫਿਰ ਤੈਨੂੰ ਸਮਝ ਆ ਜਾਏਗੀ ਕਿ ਉਹ ਜਿਹੜਾ ਪਰਮਾਤਮਾ ਅਕਾਲ ਪੁਰਖ ਉਹ ਸਤਿਗੁਰੂ ਹੈ, ਉਹਦੇ ਬੇਅੰਤ ਗੁਣ ਨੇ, ਉਹ ਬੇਅੰਤ ਗੁਣਾਂ ਦਾ ਮਾਲਕ ਹੈ ਤੇ ਉਹਦੇ ਬੇਅੰਤ ਗੁਣ ਸਤਿਗੁਰੂ ਕਹਿੰਦੇ ਨੇ ਤੇਰੀ ਸਮਝ ਵਿੱਚ ਹੋਣਗੇ, ਤੂੰ ਉਹਨਾਂ ਗੁਣਾਂ ਦੇ ਮੁਤਾਬਕ ਆਪਣਾ ਜੀਵਨ ਜਿਉਏਗਾ। ਸੁਣਿਆ ਹਾਥ ਹੋਵੇ ਅਸਗਾਹ, ਪਾਤਸ਼ਾਹ ਕਹਿੰਦੇ ਨੇ ਤੇਰੀ ਸਮਝ ਵਿੱਚ ਪਰਮਾਤਮਾ ਦੀ ਬੇਅੰਤਤਾਈ, ਰੱਬ ਦੇ ਬੇਅੰਤ ਗੁਣਾਂ ਦੀ ਸੂਝ ਤੈਨੂੰ ਆਣੀ ਸ਼ੁਰੂ ਹੋ ਜਾਏਗੀ ਤੇ ਇਹਨਾਂ ਗੁਣਾਂ ਦੇ ਮੁਤਾਬਕ ਫਿਰ ਤੂੰ ਆਪਣਾ ਜੀਵਨ ਜਿਉਏਗਾ। ਸਾਧ ਸੰਗਤ ਬੇਅੰਤ ਗੁਣ ਨੇ, ਇਹ ਨਹੀਂ ਹੈ ਵੀ ਅਸੀਂ ਪਾਰਾਵਾਰ ਪਾ ਲਵਾਂਗੇ। ਗੁਰੂ ਅਰਜੁਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਰੋਜ਼ ਬਚਨ ਪੜ੍ਹਦੇ ਹੋ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਜਦੋਂ ਨਾਮ ਦੀ ਦਾਤ ਮਿਲ ਗਈ ਤਨ ਤੇ ਮਨ ਹਰਿਆ ਹੋ ਗਿਆ। ਪਰ ਇਹਦਾ ਮਤਲਬ ਇਹ ਨਹੀਂ, ਹਰਿਆ ਹੁੰਦਾ ਮਤਲਬ ਹੈ ਗੁਣਾਂ ਦੇ ਮੁਤਾਬਕ ਜੀਵਨ ਜਿਉਣਾ ਸਿੱਖ ਲਿਆ। ਮੇਰੇ ਜੀਵਨ ਵਿੱਚ ਸਹਿਜ ਆ ਗਿਆ, ਸਤ ਆ ਗਿਆ, ਸੰਤੋਖ ਆ ਗਿਆ, ਮੇਰੇ ਜੀਵਨ ਦੇ ਵਿੱਚ ਰੱਬੀ ਗੁਣ ਪੈਦਾ ਹੋ ਗਏ। ਸਤਿਗੁਰੂ ਕਹਿੰਦੇ ਨੇ ਜਦੋਂ ਸਮਝ ਆਈ, ਸੁਣਿਆ ਗੁਰੂ ਦੇ ਉਪਦੇਸ਼ ਨੂੰ, ਫਿਰ ਸੁਣਿਆ ਹਾਥ ਹੋਵੇ ਅਸਗਾਹ, ਫਿਰ ਉਹ ਡੂੰਘੀਆਂ ਰਮਜਾਂ ਰੱਬ ਦੀਆਂ ਸੰਸਾਰ ਵਿੱਚੋਂ ਬੰਦੇ ਨੂੰ ਉਹਨਾਂ ਦੀ ਸੂਝ ਆਣੀ ਸ਼ੁਰੂ ਹੋ ਜਾਂਦੀ ਹੈ, ਪਰਮਾਤਮਾ ਦੇ ਬੇਅੰਤ ਵਰਤਾਰੇ ਦੀ ਸੂਝ ਆਣੀ ਸ਼ੁਰੂ ਹੋ ਜਾਂਦੀ ਹੈ। ਫਿਰ ਬੰਦਾ ਪਰਮਾਤਮਾ ਦੇ ਕੀਤੇ ਹੋਏ ਤੇ ਕਦੀ ਵੀ ਸ਼ੰਕਾ ਨਹੀਂ ਕਰਦਾ, ਉਹ ਹਮੇਸ਼ਾ ਰੱਬੀ ਹੁਕਮ ਦੇ ਵਿੱਚ ਪਰਮਾਤਮਾ ਦੀ ਰਜ਼ਾ ਵਿੱਚ ਜੀਂਦਾ ਹੈ। ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਲਾਹਣੋ ਮੈਂ ਕਾਹੂ ਨਾ ਦਿਓ, ਮਨ ਮੀਟ ਤੁਹਾਰੋ ਕਿ ਉਹ ਸਤਿਗੁਰੂ ਮੇਰਾ ਕਿਸੇ ਨੂੰ ਉਲਾਮਾ ਨਹੀਂ, ਮੈਂ ਤੁਹਾਡੇ ਹੁਕਮ ਨੂੰ ਮਿੱਠਾ ਕਰਕੇ ਮੰਨ ਲਿਆ। ਉਹ ਕਿਸੇ ਸੰਸਾਰਿਕ ਇਸ ਬੰਧਨ ਵਿੱਚ ਨਹੀਂ ਵੀ ਮੰਨਣਾ ਪੈ ਗਿਆ ਤੇ ਮੰਨ ਲਿਆ, ਨਹੀਂ। ਜਿਵੇਂ ਅਸੀਂ ਬਾਣੀ ਵਿੱਚੋਂ ਪੰਕਤੀ ਪੜ੍ਹਦੇ ਹਾਂ ਸਾਧ ਸੰਗਤ, ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਕਿ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਜਿਨ੍ਹਾਂ ਬਚਨਾਂ ਨੂੰ ਪੜ੍ਹ ਕੇ ਆਖਿਆ ਵੀ ਨਹੀਂ ਚਾਰਾ ਹੀ ਕੋਈ ਨਹੀਂ, ਇੱਕ ਤੇ ਇਹ ਹੈ ਸਮਝਣਾ ਵੀ ਚਾਰਾ ਹੈ ਹੀ ਕੋਈ ਨਹੀਂ, ਧੱਕੇ ਨਾਲ ਮੰਨ ਲਿਆ। ਇੱਕ ਇਹ ਹੈ ਵੀ ਨਹੀਂ ਸਤਿਗੁਰ ਜੀ ਸਾਡੇ ਕੋਲੋਂ ਕੋਈ ਜੁਗਤ ਹੈ ਹੀ ਨਹੀਂ ਸੀ, ਅਸੀਂ ਤੇ ਤੇਰੇ ਚਰਨਾਂ ਵਿੱਚ ਤੇਰੇ ਹੁਕਮ ਨੂੰ ਸਤ ਕਰਕੇ ਮੰਨ ਲਿਆ। ਇੱਕ ਧੱਕੇ ਨਾਲ ਮਨਾਇਆ ਜਾ ਰਿਹਾ ਹੈ, ਇੱਕ ਭਾਵਨਾ ਵਿੱਚ ਹੁਕਮ ਵਿੱਚ ਰਹਿ ਕੇ ਮੰਨਿਆ ਜਾ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਸਮਝ ਆ ਜਾਂਦੀ ਰੱਬ ਦੇ ਬੇਅੰਤ ਗੁਣਾਂ ਦੀ, ਪਤਾ ਲੱਗ ਜਾਂਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਹੈ। ਨਾਨਕ ਜੀ ਭਗਤਾਂ ਦੇ ਜੀਵਨ ਵਿੱਚ ਸਦਾ ਵਿਗਾਸ ਹੈ, ਸਦਾ ਖੁਸ਼ੀ ਹੈ, ਖੇੜਾ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਸਤਿਗੁਰੂ ਦਾ ਪਰਮਾਤਮਾ ਦਾ ਨਾਮ ਸੁਣ ਕੇ ਉਹਦੇ ਭਗਤ ਦੇ ਜੀਵਨ ਦੇ ਵਿੱਚੋਂ ਦੁੱਖ ਤੇ ਪਾਪ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਭਾਵ ਉਹਨੂੰ ਦੁੱਖਾਂ ਦੀ ਤੇ ਪਾਪਾਂ ਦੀ ਸਮਝ ਆ ਜਾਂਦੀ ਹੈ। ਫਿਰ ਜਦੋਂ ਸਮਝ ਆ ਗਈ, ਖਿਆਲ ਕਰਨਾ ਘਰ ਵਿੱਚ ਪਈ ਗੰਦਗੀ ਨਜ਼ਰ ਆਏ ਤੇ ਬੰਦਾ ਯਤਨ ਕਰਦਾ ਉਹ ਗੰਦਗੀ ਨੂੰ ਸਾਫ਼ ਕਰਦਾ ਹੈ। ਜਿਹਨੂੰ ਪਤਾ ਲੱਗ ਜਾਏ ਵੀ ਮੇਰੇ ਅੰਦਰ ਦੁੱਖ ਕਿਉਂ ਨੇ, ਪਾਪ ਕਿਉਂ ਨੇ, ਉਹ ਫਿਰ ਯਤਨ ਕਰਦਾ ਇਹਨਾਂ ਦੁੱਖਾਂ ਤੇ ਪਾਪਾਂ ਤੋਂ ਨਿਵਿਰਤ ਹੋਣ ਦਾ। ਕਿਵੇਂ? ਸਤਿਗੁਰ ਦੇ ਦਿੱਤੇ ਅਗੰਮੀ ਗਿਆਨ ਦੇ ਰਾਹੀਂ ਭਗਤ ਬਣ ਕੇ ਭਗਤ ਦਾ ਜੀਵਨ ਜਿਉ ਕੇ। ਸਾਧ ਸੰਗਤ ਇਹਨਾਂ 4 ਪੌੜੀਆਂ ਦੇ ਅੰਦਰ ਸਤਿਗੁਰ ਨੇ ਸੁਣਨ ਦੀ ਵਡਿਆਈ ਦੱਸੀ ਏ। ਸੁਣਦੇ ਆਪਾਂ ਵੀ ਹਾਂ, ਪਰ ਗੁਰੂ ਦੇ ਚਰਨਾਂ ਵਿੱਚ ਅੱਜ ਅਰਦਾਸ ਕਰਕੇ ਜਾਈਏ, ਸਤਿਗੁਰੂ ਤੁਹਾਡੇ ਹੁਕਮ ਦੇ ਮੁਤਾਬਕ ਸਾਨੂੰ ਸੁਣਨ ਦੀ ਸੋਝੀ ਆ ਜਾਏ। ਸੁਣੀਏ ਤੇ ਉਸ ਸੁਣੇ ਹੋਏ ਨੂੰ ਸਾਧ ਸੰਗਤ ਆਪਣੇ ਜੀਵਨ ਵਿੱਚ ਵਸਾ ਲਈਏ। ਸੁਣ ਕੇ ਆਪਣੇ ਜੀਵਨ ਵਿੱਚ ਉਸ ਅਗੰਮੀ ਗਿਆਨ ਨੂੰ ਸਮਝਣ ਦਾ ਯਤਨ ਕਰੀਏ। ਫਿਰ ਅਸੀਂ ਮੰਨਣ ਵਾਲੇ ਪਾਸੇ ਜਾਵਾਂਗੇ। ਤੇ ਜਦੋਂ ਬੰਦਾ ਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦਾ ਹੈ, ਉਹਦੇ ਜੀਵਨ ਵਿੱਚ ਫਿਰ ਕਿਹੜੇ ਪਰਿਵਰਤਨ ਨੇ, ਇਹ ਆਪਾਂ ਅਗਲੀ ਪੌੜੀ ਤੋਂ ਜਾਣਨ ਦਾ ਯਤਨ ਕਰਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਧ ਸੰਗਤ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ